ਭਾਰਤ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਨਵੀਂ ਨੀਤੀ ਲਾਗੂ ਕੀਤੀ ਹੈ। ਵੈਸੇ ਤਾਂ ਕੇਂਦਰ ਸਰਕਾਰ ਯੋਜਨਾਵਾਂ ਤੇ ਨੀਤੀਆਂ ਲਾਗੂ ਕਰਨ ਤੇ ਬਣਾਉਣ ਦੇ ਵਿੱਚ ਬੜੀ ਮਸ਼ਹੂਰ ਹੈ। ਅਕਸਰ ਨੀਤੀਆਂ ਬਣਾਈਆਂ ਜਾਂਦੀਆਂ ਨੇ, ਪਰ ਇੱਕ ਸਿੱਖਿਆ ਨੀਤੀ ਜਿਹੜੀ ਕਿ 34 ਸਾਲ ਬਾਅਦ ਲਿਆਂਦੀ ਗਈ ਹੈ, ਜਿਹਦੇ ਵਿੱਚ ਮਾਂ ਬੋਲੀ ਨੂੰ ਤਵੱਜੋ ਦਿੱਤੀ ਗਈ ਹੈ। ਦਰਅਸਲ ਮਾਂ ਬੋਲੀ ਜਿਹੜੀ ਹੈ ਪਹਿਲੀਆਂ 5 ਜਮਾਤਾਂ ਤੱਕ ਪੜ੍ਹਾਈ ਜਾਵੇਗੀ। ਕੇਂਦਰ ਸਰਕਾਰ ਹੁਣ ਇਸ ਨੀਤੀ ਨੂੰ ਸਿੱਖਿਆ ਦੇ ਵਿੱਚ ਲਾਗੂ ਕਰਨ ਜਾ ਰਹੀ ਹੈ, ਜੋ ਕਿ ਇੱਕ ਚੰਗਾ ਕਦਮ ਵੀ ਮੰਨਿਆ ਜਾ ਰਿਹਾ ਹੈ, ਕਿਉਂਕਿ ਜਿਹੜੀ ਮਾਂ ਬੋਲੀ ਹੈ ਅਕਸਰ ਉਹ ਪਿਛੜ ਜਾਂਦੀ ਹੈ ਬਾਕੀ ਭਾਸ਼ਾਵਾਂ ਤੋਂ। ਅੰਗਰੇਜ਼ੀ ਦੀ ਹੋੜ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨੂੰ ਕਿਤੇ ਪਿੱਛੇ ਛੱਡ ਜਾਂਦੇ ਹਾਂ, ਪਰ ਕੇਂਦਰ ਦੀ ਇਹ ਨੀਤੀ ਜਿਹੜੀ ਕਿਤੇ ਨਾ ਕਿਤੇ ਇੱਕ ਚੰਗਾ ਕਦਮ ਜ਼ਰੂਰ ਸਾਬਿਤ ਕਰ ਸਕਦੀ ਹੈ। ਦੇਖੋ ਜੀ, ਕੇਂਦਰ ਸਰਕਾਰ ਵੱਲੋਂ ਜਿਹੜੀ ਸਿੱਖਿਆ ਨੀਤੀ ਲਿਆਂਦੀ ਗਈ ਹੈ, ਬਹੁਤ ਲੰਬੇ 3 ਦਹਾਕਿਆਂ ਬਾਅਦ ਭਾਰਤ ਦੇ ਵਿੱਚ ਸਿੱਖਿਆ ਨੀਤੀ ਆਈ ਹੈ, ਤਾਂ ਮੈਨੂੰ ਲੱਗਦਾ ਕਿ ਸਿੱਖਿਆ ਨੀਤੀ ਚੰਗੀ ਹੈ ਜਾਂ ਨਹੀਂ, ਪਰ ਇਹ ਸਿੱਖਿਆ ਨੀਤੀ ਤੇ ਸੰਸਦ 'ਚ ਬਹਿਸ ਜ਼ਰੂਰ ਹੋਣੀ ਚਾਹੀਦੀ ਸੀ। ਕਿਉਂਕਿ ਜਦੋਂ ਤੁਸੀਂ ਭਾਰਤ ਦੇ ਭਵਿੱਖ ਦੇ ਲਈ ਐਜੂਕੇਸ਼ਨ ਨੀਤੀ ਲਿਆ ਰਹੇ ਹੋ, ਤਾਂ ਤੁਹਾਡਾ ਫਰਜ਼ ਜ਼ਰੂਰ ਬਣਦਾ ਸੱਤਾ ਧਿਰ ਹੋਣ ਦੇ ਨਾਤੇ ਕਿ ਤੁਸੀਂ ਸੰਸਦ ਦੇ ਵਿੱਚ ਸੰਸਦ ਮੈਂਬਰ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਲੋਕਾਂ ਦੇ, ਤਾਂ ਉਹਨਾਂ ਤੋਂ ਸੁਝਾਅ ਜ਼ਰੂਰ ਇਸ ਨੀਤੀ ਤੇ ਲਓ। ਪਰ ਸਭ ਤੋਂ ਪਹਿਲੀ ਅਫਸੋਸ ਦੀ ਗੱਲ ਇਹੀ ਹੈ ਕਿ ਇਹ ਨੀਤੀ ਨੂੰ ਸੰਸਦ ਦੇ ਵਿੱਚ ਪੇਸ਼ ਕੀਤਾ ਹੀ ਨਹੀਂ ਗਿਆ। ਉਹਦੇ ਤੋਂ ਪਹਿਲਾਂ ਹੀ ਇਹ ਲਾਗੂ ਕਰ ਦਿੱਤੀ ਗਈ, ਕਿਉਂਕਿ ਆਰਡੀਨੈਂਸਾਂ ਦਾ ਰਿਵਾਜ ਕਾਫੀ ਹੈ ਸਰਕਾਰ ਦੇ ਵਿੱਚ। ਇਸ ਤਰ੍ਹਾਂ ਫੈਸਲੇ ਲਏ ਜਾ ਰਹੇ ਨੇ ਲਗਾਤਾਰ। ਤਾਂ ਸਭ ਤੋਂ ਪਹਿਲਾਂ ਚਾਹੀਦਾ ਸੀ ਕਿ ਸਿੱਖਿਆ ਨੀਤੀ ਨੂੰ ਸੰਸਦ ਦੇ ਵਿੱਚ ਡਿਸਕਸ ਜ਼ਰੂਰ ਕੀਤਾ ਜਾਂਦਾ, ਤਾਂ ਕਿ ਉੱਥੇ ਸੰਸਦ ਮੈਂਬਰਾਂ ਦੀ ਰਾਏ ਵੀ ਆ ਜਾਂਦੀ ਤੇ ਉਹਦੇ ਹਿਸਾਬ ਦੇ ਨਾਲ ਜੋ ਬਦਲਾਅ ਦਾ ਕੋਈ ਸੁਝਾਅ ਦਿੰਦੇ, ਵਾਜਿਬ ਸੁਝਾਅ ਦਿੰਦੇ, ਉਹ ਬਦਲਾਅ ਵੀ ਹੋ ਜਾਂਦੇ। ਖੈਰ, ਉਹਦੇ ਬਾਵਜੂਦ ਇਹ ਸਿੱਖਿਆ ਨੀਤੀ ਜਿਹੜੀ ਹੈਗੀ ਉਹ ਪੇਸ਼ ਕਰ ਦਿੱਤੀ ਗਈ ਹੈ। ਤਾਂ ਇਹਦੇ ਵਿੱਚ ਹੁਣ ਜਿਹੜਾ ਹੈ ਕਿ ਟੈਕਨੀਕਲ ਐਜੂਕੇਸ਼ਨ ਨੂੰ ਜੋ ਗ੍ਰਾਂਟ ਦਿੰਦਾਗਾ ਤੇ ਦੂਜੀਆਂ ਯੂਨੀਵਰਸਿਟੀਆਂ ਲਈ ਜਿਹੜਾ UGC ਹੈਗਾ, ਤਾਂ ਉਹਨਾਂ ਦਾ ਜਿਹੜਾ ਮਿਲਾਪ ਕਰ ਦਿੱਤਾ ਗਿਆ, ਇੱਕ ਦੂਜੇ 'ਚ ਮਰਜ ਕਰ ਦਿੱਤੇ ਗਏ ਆ, ਉਹ ਇੱਕ ਸੰਸਥਾ ਜਿਹੜੀ ਉਹ ਬਣਾ ਦਿੱਤੀ ਗਈ ਹੈ। ਤੇ ਇਸ ਤੋਂ ਇਲਾਵਾ ਵਿਦੇਸ਼ੀ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਹੁਣ ਭਾਰਤ ਦੇ ਵਿੱਚ ਆਪਣੇ ਕੈਂਪਸ ਜਿਹੜੇ ਨੇ ਉਹ ਖੋਲ ਸਕਦੀਆਂ ਨੇ। ਭਾਰਤ ਦੇ ਵਿੱਚ ਉਹਨਾਂ ਨੂੰ ਕੈਂਪਸ ਖੋਲਣ ਦੇ ਲਈ ਖੁੱਲੀ ਛੁੱਟੀ ਜਿਹੜੀ ਉਹ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਕੂਲ ਸਿੱਖਿਆ ਦੀ ਜਿਹੜੀ ਤੁਸੀਂ ਗੱਲ ਕੀਤੀ ਕਿ ਸਕੂਲ ਸਿੱਖਿਆ ਦੇ ਵਿੱਚ ਸਰਕਾਰ ਕਹਿ ਜ਼ਰੂਰ ਰਹੀ ਆ ਕਿ 5ਵੀਂ ਤੱਕ ਮਾਤ ਭਾਸ਼ਾ ਦੇ ਵਿੱਚ ਪੜ੍ਹਾਇਆ ਜਾਊਗਾ, ਪਰ ਇਹਨੂੰ ਲੈ ਕੇ ਪੂਰੀ ਕਲੈਰਿਟੀ ਨਹੀਂ ਦਿੱਤੀ ਗਈ। ਪੂਰਾ ਜ਼ੋਰ ਸ਼ੋਰ ਦੇ ਨਾਲ ਇਹ ਗੱਲ ਨਹੀਂ ਆਖੀ ਗਈ, ਕਿਉਂਕਿ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਹੀ ਹੁੰਦਾਗਾ। ਇੱਥੇ ਪਹਿਲਾਂ ਵੀ ਪੰਜਾਬ ਦੇ ਵਿੱਚ ਪੰਜਾਬੀ ਲਾਜ਼ਮੀ ਹੈਗੀ, ਪੰਜਾਬ ਦੇ ਵਿੱਚ ਦਫ਼ਤਰਾਂ ਦੇ ਵਿੱਚ ਵੀ ਪੰਜਾਬੀ ਲਾਜ਼ਮੀ ਹੈਗੀ, ਪਰ ਪੰਜਾਬ 'ਚ ਹਾਲਾਤ ਇਹ ਨੇ ਕਿ ਇੱਥੇ ਜੋ ਹੈ ਇੰਗਲਿਸ਼ ਦੇ ਵਿੱਚ ਹੀ ਸਾਰਾ ਕੰਮਕਾਰ ਕੀਤਾ ਜਾਂਦਾਗਾ ਦਫ਼ਤਰੀ, ਤੇ ਪੰਜਾਬੀ ਨੂੰ ਦਰਕਰਾਰ ਕੀਤਾ ਜਾਂਦਾ ਹਮੇਸ਼ਾ। ਜਿਹੜੀ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਵਿਕਾਸ ਦੇ ਲਈ ਪੰਜਾਬੀ ਯੂਨੀਵਰਸਿਟੀ ਵੀ ਬਣਾਈ ਸੀ, ਉੱਥੇ ਕਈ ਵਾਰੀ MPhil PhD ਦੇ ਵਿਦਿਆਰਥੀਆਂ ਲਈ ਇਹ ਹਾਲਾਤ ਹੋ ਜਾਂਦੇ ਸਨ ਕਿ ਉਹਨਾਂ ਨੂੰ ਕੋਈ ਪੰਜਾਬੀ ਭਾਸ਼ਾ ਦੇ ਵਿੱਚ MPhil PhD ਕਰਾਉਣ ਨੂੰ ਤਿਆਰ ਨਹੀਂ ਹੁੰਦਾ ਸੀ, ਤਾਂ ਉਹਨਾਂ ਲਈ ਸ਼ਰਤ ਹੁੰਦੀ ਸੀ ਕਿ ਤੁਸੀਂ ਅੰਗਰੇਜ਼ੀ ਦੇ ਵਿੱਚ ਕਰੋ। ਤਾਂ ਇਸ ਕਰਕੇ ਪੰਜਾਬੀ ਦੀ ਹਾਲਤ ਇਹ ਫੈਸਲਿਆਂ ਦੇ ਕਹਿਣੀ ਤੇ ਕਰਨੀ ਦਾ ਫਰਕ ਤਾਂ ਅਕਸਰ ਹੀ ਨਜ਼ਰ ਆਉਂਦਾਗਾ। ਤਾਂ ਹੁਣ ਇਹ ਹੈ ਕਿ ਭਾਜਪਾ ਨਾਲ ਸੰਬੰਧਿਤ ਧਿਰਾਂ ਵੱਲੋਂ ਤਾਂ ਸਿੱਖਿਆ ਨੀਤੀ ਦਾ ਕੀਤਾ ਗਿਆ ਸਵਾਗਤ, ਜਿਹਦੇ ਵਿੱਚ ਬੈਚਲਰ ਡਿਗਰੀ ਵੀ 3 ਤੇ 4 ਸਾਲ ਦੀ ਵੀ ਰੱਖੀ ਗਈ ਹੈ। MPhil ਨੂੰ ਖਤਮ ਕੀਤਾ ਗਿਆ ਹੈਗਾ ਅਤੇ ਵੋਕੇਸ਼ਨਲ ਕੋਰਸ 6ਵੀਂ ਤੋਂ ਬਾਅਦ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ। ਇਹਦੇ 'ਚ ਚੰਗੇ ਪੱਖ ਵੀ ਨੇ, ਬਹੁਤ ਚੰਗੇ ਪੱਖ ਵੀ ਨੇ, ਪਰ ਦੂਜੇ ਪਾਸੇ ਸਰਕਾਰ ਤੇ ਦੋਸ਼ ਜਿਹੜੇ ਲੱਗਣੇ ਹੁੰਦੇ ਉਹ ਦੋਸ਼ ਵੀ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ। ਵਿਰੋਧੀ ਧਿਰਾਂ ਦਾ ਇਹ ਦੋਸ਼ ਆ, ਹੁਣ ਕੁਝ ਲੀਡਰਾਂ ਦਾ ਵੀ ਇਹ ਦੋਸ਼ ਹੈ, ਕੁਝ ਅਖਬਾਰਾਂ ਦੇ ਵਿੱਚ ਵੀ ਇਹ ਸਾਹਮਣੇ ਆਇਆ ਕਿ ਜਿਹੜੇ ਸਿੱਖਿਆ ਨੀਤੀ ਬਣਾਉਣ ਵਾਲੇ ਸਨ ਉਹਨਾਂ ਦੇ RSS ਦੇ ਲੀਡਰਸ਼ਿਪ ਦੇ ਨਾਲ ਮੀਟਿੰਗਾਂ ਵੀ ਕਰਾਈਆਂ ਗਈਆਂ। ਤਾਂ ਹੁਣ ਵਿਰੋਧੀਆਂ ਦਾ ਦੋਸ਼ ਹੈ ਕਿ ਇਸ ਸਿੱਖਿਆ ਨੀਤੀ ਤੇ RSS ਦਾ ਪਰਛਾਵਾਂ ਹੈ। ਤਾਂ ਸਿਆਸੀ ਤੌਰ ਤੇ ਜਿਹੜੀ ਹੈ ਇਹਦੇ ਤੇ ਬਿਆਨਬਾਜ਼ੀ ਵੀ ਹੁਣ ਤੇਜ਼ ਹੋ ਗਈ ਹੈ, ਸਿਆਸੀ ਤੌਰ ਤੇ ਬਹਿਸ ਵੀ ਤੇਜ਼ ਹੋ ਗਈ ਹੈ, ਕਿਉਂਕਿ 3 ਭਾਸ਼ਾਵਾਂ ਚੁਣਨ ਦਾ ਅਧਿਕਾਰ ਜਿਹੜਾ ਦਿੱਤਾ ਗਿਆਗਾ, ਜਿਹਦੇ 'ਚ ਇਹ ਹੈ ਕਿ ਇੱਕ ਵਿਦੇਸ਼ੀ ਤੇ 2 ਭਾਰਤ ਦੀਆਂ ਭਾਸ਼ਾਵਾਂ ਚੁਣ ਸਕਦੇ ਨੇ। ਉਹਦੇ 'ਚ ਇੱਕ ਮਾਤ ਭਾਸ਼ਾ ਬੰਦਾ ਚੁਣੂਗਾ। ਇਹ ਤੋਂ ਇਲਾਵਾ ਇੱਕ ਹਿੰਦੀ ਚੁਣੇਗਾ ਤੇ ਇੱਕ ਵਿਦੇਸ਼ੀ ਭਾਸ਼ਾ ਇੰਗਲਿਸ਼ ਜਿਹੜੀ ਹੈਗੀ ਆ ਉਹ ਚੁਣੀ ਜਾਣੀ ਤੈਅ ਹੈਗੀ। ਤੇ ਇਸ ਤੋਂ ਇਲਾਵਾ ਕਿ ਸਾਰੇ ਸਬਜੈਕਟ ਜਿਹੜੇ ਆ ਯੂਨੀਵਰਸਿਟੀਆਂ ਨੂੰ ਪੜ੍ਹਾਉਣੇ ਪੈਣਗੇ, ਕੋਈ ਇੱਕ ਸਬਜੈਕਟ ਤੇ ਆਧਾਰਿਤ ਯੂਨੀਵਰਸਿਟੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ। ਤਾਂ ਕਈ ਕਿਸਮ ਦੇ ਫੈਸਲੇ ਕੀਤੇ ਗਏ ਨੇ, ਕਈ ਕਿਸਮ ਦੇ ਫੇਰ ਬਦਲ ਕੀਤੇ ਗਏ ਨੇ। ਪ੍ਰਾਈਵੇਟ ਸੈਕਟਰ 'ਚ ਵੀ 6% ਦੀ ਗੱਲ ਕੀਤੀ, ਜਿਹੜਾ ਪਹਿਲਾਂ 4.6% ਸੀ। ਤੇ ਇਸ ਕਰਕੇ ਕਾਫੀ ਪ੍ਰਕਾਰ ਦੇ ਬਦਲਾਅ ਕੀਤੇ ਗਏ ਨੇ, ਪਰ ਜ਼ਰੂਰੀ ਸੀ ਕਿ ਵਿਰੋਧੀ ਧਿਰਾਂ ਹੁਣ ਇਹ ਦੋਸ਼ ਲਾ ਰਹੀਆਂ ਕਿ RSS ਦਾ ਪਰਛਾਵਾਂ ਜੀ ਜੇ ਹੋ ਰਿਹਾ, ਪਰ ਜ਼ਰੂਰੀ ਸੀ ਕਿ ਸਰਕਾਰ ਦਾ ਫਰਜ਼ ਬਣਦਾ ਸੀ ਕਿ ਸਰਕਾਰ ਸਿੱਖਿਆ ਨੀਤੀ ਨੂੰ ਸੰਸਦ ਦੇ ਵਿੱਚ ਲੈ ਕੇ ਆਉਂਦੀ, ਸੰਸਦ ਦੇ ਵਿੱਚ ਸਿੱਖਿਆ ਨੀਤੀ ਦੇ ਉੱਪਰ ਬਹਿਸ ਕਰਵਾਈ ਜਾਂਦੀ, ਸੁਝਾਅ ਲਏ ਜਾਂਦੇ। ਉਹਨਾਂ ਸੁਝਾਵਾਂ ਨੂੰ ਜਿਹੜਾ ਹੈ ਦਰਜ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਇਹਨੂੰ ਲਾਗੂ ਕੀਤਾ ਜਾਂਦਾ, ਕਿਉਂਕਿ ਡਿਪਾਰਟਮੈਂਟ ਦਾ ਵੀ ਹੁਣ ਜਿਹੜਾ ਨਾਮ ਬਦਲ ਕੇ
ਸਿੱਖਿਆ ਵਿਭਾਗ ਕਰ ਦਿੱਤਾ ਗਿਆ ਸੈਂਟਰ ਗਵਰਨਮੈਂਟ ਵੱਲੋਂ, ਤਾਂ ਬਦਲਾਅ ਕੀਤੇ ਗਏ ਨੇ, ਨਾਮਾਂ 'ਚ ਵੀ ਬਦਲਾਅ ਕੀਤੇ ਗਏ ਨੇ, ਕੁਝ ਨੀਤੀਆਂ 'ਚ ਵੀ ਬਦਲਾਅ ਕੀਤੇ ਗਏ ਨੇ। ਕੁਝ ਲੋਕ ਕਹਿੰਦੇ ਆ ਕੋਈ ਬਦਲਾਅ ਨਹੀਂ, ਐਮਫਿਲ ਪਹਿਲਾਂ ਵੀ ਇੱਕ ਵਾਰੀ ਬੰਦ ਹੋਈ ਸੀ, ਹੁਣ ਫੇਰ ਬੰਦ ਹੋ ਗਈ। ਤੇ ਇਸ ਕਰਕੇ ਜ਼ਰੂਰਤ ਇਹ ਹੈ ਕਿ ਸਿੱਖਿਆ ਦਾ ਬੁਨਿਆਦੀ ਢਾਂਚਾ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੈ, ਕਿਉਂਕਿ ਨੀਤੀਆਂ ਬਦਲਣ ਦੇ ਨਾਲ ਸਿੱਖਿਆ ਮਜ਼ਬੂਤ ਨਹੀਂ ਹੋਣੀ। ਜ਼ਰੂਰਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਹੈ। ਸਰਕਾਰੀ ਯੂਨੀਵਰਸਿਟੀਆਂ ਦੀ ਹਾਲਤ ਕੀ ਹੈ, ਸੈਂਟਰ ਗਵਰਨਮੈਂਟ ਵਾਲੀਆਂ ਦੀ, ਪਰ ਜਿਹੜੀਆਂ ਸਟੇਟਾਂ ਦੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਉਹਨਾਂ ਦੀ ਹਾਲਤ ਕੀ ਹੈ, ਉਹ ਹਾਲਤ ਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਯੂਨੀਵਰਸਿਟੀਆਂ 300 ਕਰੋੜ ਦੇ ਘਾਟੇ ਵਿੱਚ ਨੇ, ਤਾਂ UGC ਨੂੰ ਚਾਹੀਦਾ ਕਿ ਫੰਡਿੰਗ ਦੇਵੇ ਉਹਨਾਂ ਯੂਨੀਵਰਸਿਟੀਆਂ ਨੂੰ, ਸਟੇਟ ਗਵਰਨਮੈਂਟਾਂ ਦੀ ਹੈਲਪ ਕਰੇ। ਉੱਥੇ ਇਨਫਰਾਸਟ੍ਰਕਚਰ ਕਿਹੋ ਜਿਹਾ ਯੂਨੀਵਰਸਿਟੀਆਂ ਦੇ ਵਿੱਚ, ਇਹ ਵੀ ਇੱਕ ਵੱਡਾ ਸਵਾਲ ਹੈਗਾ। ਤਾਂ ਇਹੀ ਲੱਗ ਰਿਹਾ ਕਿ ਸਰਕਾਰ ਪ੍ਰਾਈਵੇਟਾਈਜੇਸ਼ਨ ਤਾਂ ਲਿਆਉਣਾ ਚਾਹੁੰਦੀ ਹੈ, ਇਸ ਲਈ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਖੁੱਲ੍ਹ ਦਿੱਤੀ ਗਈ ਹੈ, ਗ੍ਰੇਡ ਸਿਸਟਮ ਦੇ ਵਿੱਚ ਵੀ ਇਕੁਐਲਿਟੀ ਦਿੱਤੀ ਗਈ ਹੈ, ਉਹ ਚੀਜ਼ ਲਿਆਂਦੀ ਗਈ ਹੈ। ਪਰ ਨੀਤੀ ਦੇ ਨਾਲ ਕੁਝ ਨਹੀਂ ਹੋਣਾ। ਨੀਤੀ ਤਾਂ ਭਾਵੇਂ ਇੱਕ ਹੋਰ ਲਿਆਓ, ਪਰ ਸੰਸਦ ਦੇ ਵਿੱਚ ਨੀਤੀ ਤੇ ਬਹਿਸ ਜ਼ਰੂਰੀ ਹੈ। ਨੰਬਰ 2 ਤੇ ਬੁਨਿਆਦੀ ਢਾਂਚੇ ਦੇ ਲਈ ਜਿਹੜੀ ਮੂਲ ਜ਼ਰੂਰਤ ਆ ਕਿ ਹਰ ਇੱਕ ਨੂੰ ਸਿੱਖਿਆ ਮਿਲੇ, ਅੱਛੀ ਸਿੱਖਿਆ ਮਿਲੇ, ਗਰੀਬ ਨੂੰ ਵੀ ਮਿਲੇ, ਅਮੀਰ ਨੂੰ ਵੀ ਮਿਲੇ, ਪਰ ਬਰਾਬਰ ਸਿੱਖਿਆ ਦੇ ਮੌਕੇ ਜਦੋਂ ਮਿਲਣਗੇ ਤਾਂ ਹੀ ਮੁਲਕ ਜਿਹੜਾ ਤਰੱਕੀ ਕਰੂਗਾ। ਤਾਂ ਜ਼ਰੂਰਤ ਸਿੱਖਿਆ ਨੀਤੀ ਦੀ, ਜ਼ਰੂਰਤ ਸਿੱਖਿਆ ਬੁਨਿਆਦੀ ਢਾਂਚੇ 'ਚ ਬਦਲਾਅ ਦੀ ਆ। ਸਿਸਟਮ ਚੇਂਜ ਮੰਗਦਾਗਾ, ਨੀਤੀ ਚੇਂਜ ਕਰਤੀ ਸਰਕਾਰ ਨੇ, ਠੀਕ ਆ, ਇਹਦੇ ਨਾਲ ਬਦਲਾਅ ਹੋਣਗੇ ਤੇ ਇਹਦੇ ਤੇ ਉਂਗਲਾਂ ਵੀ ਉੱਠ ਰਹੀਆਂ ਨੇ। ਕੁਝ ਪੁਆਇੰਟ ਇਹ 'ਚ ਗਲਤ ਵੀ ਜ਼ਰੂਰ ਹੋਣਗੇ, ਜਿਹੜੇ ਕਈ ਧਿਰਾਂ ਨੂੰ ਜਿਹੜੇ ਪਸੰਦ ਨਹੀਂ ਹੋਣਗੇ, ਪਰ ਜ਼ਰੂਰਤ ਇਹ ਕਿ ਸਰਕਾਰ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੇ ਲਈ ਕੀ ਕਰੂਗੀ ਹੁਣ, ਕਿਉਂਕਿ ਵਿਭਾਗ ਦਾ ਨਾਮ ਤਾਂ ਚੇਂਜ ਕਰਕੇ ਸਿੱਖਿਆ ਵਿਭਾਗ ਕਰ ਦਿੱਤਾ ਗਿਆ, ਪਰ ਹੁਣ ਸਿੱਖਿਆ ਵਿਭਾਗ ਆਉਣ ਤੋਂ ਬਾਅਦ ਉਹ ਉਚੇਰੀ ਸਿੱਖਿਆ ਤੇ ਜਿਹੜੀ ਮਿਡਲ ਸਿੱਖਿਆ ਗੀ, ਜਿਹੜੀ ਇਹ ਦੋ, ਕਿਉਂਕਿ ਸ਼ੁਰੂਆਤੀ ਸਿੱਖਿਆ ਤੇ ਯੂਨੀਵਰਸਿਟੀ ਲੈਵਲ ਦੀ ਸਿੱਖਿਆ, ਇਹ ਸਭ ਤੋਂ ਵੱਧ ਇੰਪੋਰਟੈਂਟ ਆ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਵਿੱਚ। ਤਾਂ ਇਹਨਾਂ 'ਚ ਬੁਨਿਆਦੀ ਸੁਧਾਰਾਂ ਦੇ ਲਈ ਸਰਕਾਰ ਕੀ ਕਰੂਗੀ, ਕਿਉਂਕਿ ਵੱਡੀਆਂ ਕਮੀਆਂ ਨੇ, ਵੱਡੇ ਸੁਧਾਰਾਂ ਦੀ ਜ਼ਰੂਰਤ ਹੈ। ਨੀਤੀ ਆਈ, ਠੀਕ ਹੈ, 3 ਦਹਾਕਿਆਂ ਬਾਅਦ ਨੀਤੀ ਆਈ, ਪਰ ਹੁਣ ਸਰਕਾਰ ਇਹ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਬੁਨਿਆਦੀ ਢਾਂਚਾ ਕਿਸ ਤਰ੍ਹਾਂ ਮਜ਼ਬੂਤ ਕਰਦੀ ਹੈ, ਇਹ ਦੇਖਣਾ ਹੋਊਗਾ। ਨਹੀਂ ਤਾਂ ਪਹਿਲਾਂ ਵਾਲੀਆਂ ਨੀਤੀਆਂ ਕਿਹੜਾ ਪੂਰੀ ਤਰ੍ਹਾਂ ਇੰਪਲੀਮੈਂਟ ਹੋਈਆਂ ਨੇ, ਤੇ ਇਹ ਵੀ ਉਸੇ ਤਰ੍ਹਾਂ ਪੂਰੀ ਤਰ੍ਹਾਂ ਜ਼ਮੀਨੀ ਪੱਧਰ ਤੇ ਇੰਪਲੀਮੈਂਟ ਨਹੀਂ ਹੋਊਗੀ। ਉਹ ਤਾਂ ਹੀ ਹੋਊਗੀ ਜੇ ਬੁਨਿਆਦੀ ਢਾਂਚੇ 'ਚ ਸੁਧਾਰ ਹੋਣਗੇ।